ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਫਾਈਲਾਂ ਦੇ ਬੈਕਲੌਗ ਵਿੱਚ ਹੋਇਆ ਵਾਧਾ, ਹੁਣ ਕਦੋਂ ਆਵੇਗਾ ਫਾਈਲਾਂ ਤੇ ਫੈਸਲਾ। ਕਰੋਨਾ ਦੌਰਾਨ ਵੀ ਲੋਕਾਂ ਦੀ ਕੈਨੇਡਾ ਜਾਣ 'ਚ ਦਿਲਚਸਪੀ, ਆਪਣਾ ਦੇਸ਼ ਛੱਡ ਜਾਣਾ ਚਾਹੁੰਦੇ ਹਨ ਕੈਨੇਡਾ। ਕਿਵੇਂ ਖਤਮ ਹੋਵੇਗੀ ਯੂਕਰੇਨ? ਰੂਸ ਦੀ ਯੰਗ ਯੂਕਰੇਨ ਦੇ ਰਾਸ਼ਟਰਪਤੀ ਨੇ ਦਿੱਤੀ ਜਾਣਕਾਰੀ। ਟਰੂਡੋ ਨੂੰ ਮਿਲਿਆ ਜਗਮੀਤ ਸਿੰਘ ਦਾ ਸਾਥ, ਹੁਣ ਦੋਨੋਂ ਵੱਡੇ ਲੀਡਰ ਹੋਏ ਇਕੱਠੇ। ਟਰੂਡੋ ਨੂੰ ਜਗਮੀਤ ਸਿੰਘ ਦਾ ਸਾਥ, ਵਿਰੋਧੀਆਂ ਦਾ ਟਰੂਡੋ ਤੇ ਨਿਸ਼ਾਨਾ। ਇਮੀਗ੍ਰੇਸ਼ਨ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ, ਜਿਸ ਦੇ ਰਾਹੀਂ ਇਹ ਪਤਾ ਚੱਲਿਆ ਹੈ ਕਿ ਜੋ ਫਾਈਲਾਂ ਦਾ ਬੈਕਲੌਗ ਸੀ ਉਸ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਵਾਧਾ ਹੋ ਗਿਆ। ਜੋ ਗਿਣਤੀ ਪਹਿਲਾਂ IRCC ਵਿਭਾਗ ਵੱਲੋਂ ਦੱਸੀ ਗਈ ਸੀ, ਉਸ ਦੇ ਵਿੱਚ ਹੁਣ ਕਾਫੀ ਵਾਧਾ ਦਰਜ ਕੀਤਾ ਜਾ ਰਿਹਾ ਹੈ। ਵੱਡੀ ਗਿਣਤੀ ਦੇ ਵਿੱਚ ਅਜਿਹੀਆਂ ਫਾਈਲਾਂ ਨੇ 1.80 ਮਿਲੀਅਨ ਤੋਂ ਵੱਧ ਅਜਿਹੀਆਂ ਫਾਈਲਾਂ ਨੇ ਜਿਸ ਦੇ ਉੱਪਰ ਅਜੇ ਫੈਸਲਾ ਆਉਣਾ ਬਾਕੀ ਹੈ। ਹੁਣ ਦੇਖਣਾ ਹੋਵੇਗਾ ਕਿ ਵਿਭਾਗ ਇਸ ਸਭ ਦੇ ਨਾਲ ਕਿਵੇਂ ਨਿਪਟਦਾ ਹੈ। ਇਸ ਬਾਰੇ ਕੀ ਡਿਟੇਲ ਹੈ, ਜਾਣੋ ਇਸ ਖਬਰ ਰਾਹੀਂ। ਇਮੀਗ੍ਰੇਸ਼ਨ ਵਿਭਾਗ ਕੋਲ ਫਾਈਲਾਂ ਦਾ ਬੈਕਲੌਗ ਪਹਿਲਾਂ ਦੇ ਮੁਕਾਬਲੇ ਵਾਧਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਮੁਤਾਬਕ ਇਮੀਗ੍ਰੇਸ਼ਨ ਵਿਭਾਗ ਕੋਲ ਇਸ ਸਮੇਂ 1.84 ਮਿਲੀਅਨ ਫਾਈਲਾਂ ਦਾ ਬੈਕਲੌਗ ਹੈ, ਜਿਸ ਦੇ ਉੱਪਰ ਅਜੇ ਫੈਸਲਾ ਆਉਣਾ ਬਾਕੀ ਹੈ। ਹਾਲ ਹੀ 'ਚ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਨਵਾਂ ਡਾਟਾ ਜਾਰੀ ਕੀਤਾ ਗਿਆ, ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ 15 ਮਾਰਚ ਤੱਕ ਉਹਨਾਂ ਕੋਲ 1.84 ਮਿਲੀਅਨ ਫਾਈਲਾਂ ਦਾ ਬੈਕਲੌਗ ਜਮ੍ਹਾਂ ਹੋ ਗਿਆ, ਜਦਕਿ ਫਰਵਰੀ 1, 2022 ਨੂੰ ਇਹ ਗਿਣਤੀ 1.81 ਮਿਲੀਅਨ ਫਾਈਲਾਂ ਦੀ ਸੀ। 6 ਜੁਲਾਈ 2021 ਦੇ ਬਾਰੇ ਜੋ ਜਾਣਕਾਰੀ ਦਿੱਤੀ ਗਈ, ਉਸ ਸਮੇਂ 1.44 ਮਿਲੀਅਨ ਫਾਈਲਾਂ ਦਾ ਬੈਕਲੌਗ ਵਿਭਾਗ ਦੇ ਕੋਲ ਸੀ, ਜੋ ਕਿ ਹੁਣ ਪਹਿਲਾਂ ਦੇ ਮੁਕਾਬਲੇ ਕਾਫੀ ਵੱਧ ਚੁੱਕਿਆ ਹੈ। ਇਸ ਤੋਂ ਇਲਾਵਾ ਵਿਭਾਗ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਕਿਹੜੀ ਕੈਟਾਗਰੀ ਦੇ ਵਿੱਚ ਬੈਕਲੌਗ ਜ਼ਿਆਦਾ ਜਮ੍ਹਾਂ ਹੋ ਗਿਆ। ਕੈਨੇਡੀਅਨ ਐਕਸਪੀਰੀਅੰਸ ਕਲਾਸ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਐਪਲੀਕੇਸ਼ਨਸ ਬਾਰੇ ਜੋ ਜਾਣਕਾਰੀ ਦਿੱਤੀ ਗਈ, ਉਸ ਦੇ ਵਿੱਚ ਸਿਰਫ 10,400 ਕੈਨੇਡੀਅਨ ਐਕਸਪੀਰੀਅੰਸ ਕਲਾਸ ਪਰਸਨਸ ਹੀ ਅਜਿਹੇ ਬਚੇ ਨੇ ਜਿਨ੍ਹਾਂ ਦੀਆਂ ਫਾਈਲਾਂ ਦੇ ਉੱਪਰ ਫੈਸਲਾ ਅਜੇ ਆਉਣਾ ਬਾਕੀ ਹੈ। ਬਾਕੀ ਫੈਸਲਾ ਸੁਣਾ ਦਿੱਤਾ ਗਿਆ ਹੈ। ਵਿਭਾਗ ਵੱਲੋਂ 28 ਫਰਵਰੀ ਤੋਂ 15 ਮਾਰਚ ਦੇ ਵਿਚਕਾਰ 4,000 ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਪਰਸਨਸ ਦੀਆਂ ਫਾਈਲਾਂ ਦੇ ਉੱਪਰ ਫੈਸਲਾ ਸੁਣਾਇਆ ਗਿਆ। ਇਸ ਤੋਂ ਇਲਾਵਾ ਜੋ ਫੈਮਿਲੀ ਕਲਾਸ ਇਨਵੈਂਟਰੀ ਹੈ, ਉਸ ਦੇ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਸੁਧਾਰ ਦੇਖਣ ਵਿੱਚ ਮਿਲਿਆ। ਇਸ ਤੋਂ ਇਲਾਵਾ ਇਮੀਗ੍ਰੇਸ਼ਨ ਮੰਤਰੀ ਦਾ ਕਹਿਣਾ ਹੈ ਕਿ ਜੋ ਨਵੀਆਂ ਐਪਲੀਕੇਸ਼ਨਸ ਦੀ ਪ੍ਰੋਸੈਸਿੰਗ ਹੈ, ਉਸ ਦੇ ਵਿੱਚ ਵੀ ਉਨਾ ਸਮਾਂ ਲੱਗਿਆ ਕਰੇਗਾ ਜੋ ਕੋਵਿਡ ਪੈਂਡੇਮਿਕ ਤੋਂ ਪਹਿਲਾਂ ਲੱਗਿਆ ਕਰਦਾ ਸੀ, ਜਿਸ ਦਾ ਮਤਲਬ ਹੈ ਕਿ ਹੁਣ ਪ੍ਰੋਸੈਸਿੰਗ ਦੇ ਵਿੱਚ ਤੇਜ਼ੀ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ 31 ਦਸੰਬਰ 2021 ਵਿੱਚ ਸਿਟੀਜ਼ਨਸ਼ਿਪ ਐਪਲੀਕੇਸ਼ਨਸ ਦੇ ਬੈਕਲੌਗ ਦੇ ਬਾਰੇ ਜੋ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ, ਉਸ ਦਾ ਅੰਕੜਾ 4,48,000 ਦਾ ਦੱਸਿਆ ਗਿਆ। ਇਸ ਤੋਂ ਇਲਾਵਾ ਦਸੰਬਰ ਮਹੀਨੇ ਦੀ ਆਖਿਰ ਤੱਕ ਇਸ ਵਿੱਚ ਹੋਰ 5,000 ਅਰਜ਼ੀਆਂ ਇਨਵੈਂਟਰੀ ਵਿੱਚ ਜੁੜ ਗਈਆਂ। Tier 2 PR ਪ੍ਰੋਗਰਾਮ ਦੇ ਵਿੱਚ ਵੀ ਬੈਕਲੌਗ ਪਹਿਲਾਂ ਦੇ ਮੁਕਾਬਲੇ ਵਾਧਾ ਦਿਖਾਈ ਦਿੱਤਾ, ਜਿੱਥੇ 5,400 ਐਪਲੀਕੈਂਟਸ ਦਾ ਵਾਧਾ ਦਰਜ ਕੀਤਾ ਗਿਆ। ਟੈਂਪਰੇਰੀ ਰੈਜ਼ੀਡੈਂਸ ਐਪਲੀਕੇਸ਼ਨਸ ਦੀਆਂ ਅਰਜ਼ੀਆਂ ਦੇ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਵਰਕ ਪਰਮਿਟ ਦੇ ਵਿੱਚ 1 ਫਰਵਰੀ ਤੇ ਮਾਰਚ 17 ਵਿਚਕਾਰ 14,700 ਦਾ ਵਾਧਾ ਦੱਸਿਆ ਗਿਆ ਹੈ। ਹਾਲ ਹੀ 'ਚ ਵਿਭਾਗ ਵੱਲੋਂ ਆਪਣਾ ਇਮੀਗ੍ਰੇਸ਼ਨ ਲੈਵਲਸ ਪਲਾਨ ਵੀ ਸਾਂਝਾ ਕੀਤਾ ਗਿਆ, ਜਿਸ ਮੁਤਾਬਕ ਇਸ ਸਾਲ 4 ਲੱਖ ਤੋਂ ਵੱਧ ਦਾ ਸਵਾਗਤ ਕੀਤਾ ਜਾਣਾ ਹੈ। ਤੇ ਨਾਲ ਹੀ ਹੁਣ ਕੈਨੇਡਾ ਵੱਲੋਂ ਯੂਕਰੇਨ ਰਿਫਿਊਜੀਆਂ ਵਾਸਤੇ ਵੀ ਇੱਕ ਨਵਾਂ ਪ੍ਰੋਗਰਾਮ ਐਲਾਨ ਕੀਤਾ ਗਿਆ, ਜਿੱਥੇ ਕੈਨੇਡਾ ਯੂਕਰੇਨ ਆਥੋਰਾਈਜ਼ੇਸ਼ਨ ਫਾਰ ਐਮਰਜੈਂਸੀ ਟਰੈਵਲ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੇ ਨਾਲ ਇਹ ਹੋਵੇਗਾ ਕਿ ਜਿਹੜੇ ਯੂਕਰੇਨ ਰਿਫਿਊਜੀ ਨੇ ਉਹਨਾਂ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਜਾਵੇਗਾ ਅਤੇ ਉਹ 3 ਸਾਲ ਵਾਸਤੇ ਕੈਨੇਡਾ ਵਿੱਚ ਰਹਿ ਸਕਣਗੇ। ਕਰੋਨਾ ਪੈਂਡੇਮਿਕ ਦਾ ਅਸਰ ਵੱਖ-ਵੱਖ ਚੀਜ਼ਾਂ ਦੇ ਉੱਪਰ ਪਿਆ, ਪਰ ਕੈਨੇਡਾ ਜਾਣ ਦੀ ਰੁਚੀ ਇਸ ਦੇ ਨਾਲ ਵੀ ਪ੍ਰਭਾਵਿਤ ਨਹੀਂ ਹੋਈ। ਇੱਕ ਸਰਵੇ ਸਾਹਮਣੇ ਆਇਆ, ਜਿਸ ਦੇ ਵਿੱਚ ਪਤਾ ਚੱਲਿਆ ਕਿ ਪੈਂਡੇਮਿਕ ਦੌਰਾਨ ਵੀ ਕੈਨੇਡਾ ਜਾਣ ਵਾਲੇ ਬਹੁਤ ਗਿਣਤੀ ਦੇ ਵਿੱਚ ਅਜਿਹੇ ਲੋਕ ਸਨ। ਇੱਕ ਸਰਵੇ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਲੋਕਾਂ ਨੂੰ ਰਿਸਪੋਂਡੈਂਟਸ ਨੂੰ ਸ਼ਾਮਿਲ ਕੀਤਾ ਗਿਆ, ਜਿਨ੍ਹਾਂ ਦਾ ਕਹਿਣਾ ਹੈ ਕਿ ਪੈਂਡੇਮਿਕ ਦੌਰਾਨ ਵੀ ਉਹਨਾਂ ਦੀ ਕੈਨੇਡਾ ਜਾਣ ਦੀ ਰੁਚੀ ਬਣੀ ਹੋਈ ਸੀ। ਇਸੇ ਕੀ ਕਾਰਨ ਨੇ, ਇਹ ਵੀ ਉਹਨਾਂ ਵੱਲੋਂ ਦੱਸੇ ਗਏ। ਕਰੋਨਾ ਪੈਂਡੇਮਿਕ ਕਾਰਨ ਵੱਖ-ਵੱਖ ਚੀਜ਼ਾਂ ਜਾਂ ਫਿਰ ਕਹਿ ਲਈਏ ਕਿ ਲਗਭਗ ਸਾਰੀਆਂ ਚੀਜ਼ਾਂ ਪ੍ਰਭਾਵਿਤ ਹੋਈਆਂ, ਪਰ ਇੱਕ ਚੀਜ਼ ਅਜਿਹੀ ਵੀ ਹੈ ਜਿਸ ਉੱਪਰ ਕਰੋਨਾ ਪੈਂਡੇਮਿਕ ਦਾ ਅਸਰ ਨਹੀਂ ਪਿਆ, ਉਹ ਹੈ ਕੈਨੇਡਾ ਜਾਣ ਦਾ ਇੰਟਰਸਟ। ਜੀ ਹਾਂ, ਇੱਕ ਸਰਵੇ ਅਜਿਹਾ ਸਾਹਮਣੇ ਆਇਆ ਜਿਸ ਤੋਂ ਪਤਾ ਚੱਲਿਆ ਕਿ ਪੈਂਡੇਮਿਕ ਦੌਰਾਨ ਵੀ ਲੋਕਾਂ ਵਿੱਚ ਕੈਨੇਡਾ ਜਾਣ ਦੀ ਰੁਚੀ ਘੱਟ ਨਹੀਂ ਹੋਈ। 2020 ਤੋਂ 2021 ਦੌਰਾਨ ਵੀ ਲੋਕ ਕਾਫੀ ਉਤਸ਼ਾਹ ਨਾਲ ਕੈਨੇਡਾ ਜਾ ਰਹੇ ਸਨ। ਇਹ ਸਰਵੇ ਵਰਲਡ ਐਜੂਕੇਸ਼ਨ ਸਰਵਿਸਿਜ਼ ਵੱਲੋਂ ਕਰਵਾਇਆ ਗਿਆ, ਜਿਸ ਵਿੱਚ 36,000 ਰਿਸਪੋਂਡੈਂਟਸ ਨੇ ਹਿੱਸਾ ਲਿਆ, ਜੋ ਕਿ ਵੱਖ-ਵੱਖ ਦੇਸ਼ਾਂ ਵਿੱਚੋਂ ਸਨ। ਇਸ ਸਰਵੇ ਵਿੱਚ ਸ਼ਾਮਿਲ ਕੀਤੀਆਂ ਜਾਣ ਵਾਲੀਆਂ ਟੌਪ 3 ਕੰਟਰੀਜ਼ ਹਨ ਫਿਲੀਪੀਨਸ, ਨਾਈਜੀਰੀਆ ਅਤੇ ਇੰਡੀਆ। ਜ਼ਿਆਦਾਤਰ ਰਿਸਪੋਂਡੈਂਟਸ 25 ਸਾਲ ਤੋਂ 34 ਸਾਲ ਦੇ ਵਿਚਕਾਰ ਸਨ। ਇਸ ਸਰਵੇ ਮੁਤਾਬਕ 97% ਫਿਲੀਪੀਨਸ ਨਾਲ ਸੰਬੰਧਿਤ ਅਜਿਹੇ ਲੋਕ ਸਨ ਜਿਨ੍ਹਾਂ ਦਾ ਕਹਿਣਾ ਹੈ ਕਿ ਕਰੋਨਾ ਪੈਂਡੇਮਿਕ ਦਾ ਇਮੀਗ੍ਰੇਸ਼ਨ ਜਾਣੀ ਕਿ
ਕੈਨੇਡਾ ਜਾਣ ਦੀ ਰੁਚੀ ਦੇ ਉੱਪਰ ਕੋਈ ਵੀ ਗਲਤ ਪ੍ਰਭਾਵ ਨਹੀਂ ਪਿਆ, ਜਦਕਿ 2021 ਵਿੱਚ ਇਹ ਗਿਣਤੀ 96% ਦੀ ਦਰਜ ਕੀਤੀ ਗਈ। ਨਾਈਜੀਰੀਆ ਵਿੱਚ 97% 2020 ਅਤੇ 94% 2021 ਵਿੱਚ ਸਨ, ਜਿਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਪੈਂਡੈਮਿਕ ਦਾ ਕੋਈ ਵੀ ਕੈਨੇਡਾ ਜਾਣ ਦੀ ਰੁਚੀ ਦੇ ਉੱਪਰ ਗਲਤ ਪ੍ਰਭਾਵ ਨਹੀਂ ਪਿਆ। ਇੰਡੀਆ ਦੇ ਵਾਸਤੇ 2020 ਵਿੱਚ 93% ਅਤੇ 2021 ਵਿੱਚ 92% ਦਾ ਇਹ ਅੰਕੜਾ ਦੱਸਿਆ ਗਿਆ। ਕੋਰੀਅਨਸ ਦੇ ਵਿੱਚ 95% ਅਜਿਹੇ ਲੋਕ ਪਾਏ ਗਏ ਜਿਨ੍ਹਾਂ ਦਾ ਕਹਿਣਾ ਸੀ ਕਿ ਕੋਰੋਨਾ ਪੈਂਡੈਮਿਕ ਦਾ ਕੋਈ ਵੀ ਕੈਨੇਡਾ ਜਾਣ ਦੇ ਇੰਟਰਸਟ ਦੇ ਉੱਪਰ ਨੈਗੇਟਿਵ ਪ੍ਰਭਾਵ ਨਹੀਂ ਪਿਆ। 2021 ਦੇ ਸਰਵੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ 58% ਰਿਸਪੋਂਡੈਂਟਸ ਅਜਿਹੇ ਹਨ ਜਿਹੜੇ ਕਿ ਕੈਨੇਡਾ ਜਾਣ ਦੇ ਵਿੱਚ ਜ਼ਿਆਦਾ ਰੁਚੀ ਰੱਖਦੇ ਨੇ। ਉਹਨਾਂ ਦਾ ਮੰਨਣਾ ਹੈ ਕਿ ਇੱਥੇ ਦਾ ਹੈਲਥ ਕੇਅਰ ਸਿਸਟਮ ਮਜ਼ਬੂਤ ਹੈ ਤੇ ਮਰੀਜ਼ਾਂ ਦੀ ਠੀਕ ਦੇਖਭਾਲ ਕੀਤੀ ਜਾਂਦੀ ਹੈ। 47% ਰਿਸਪੋਂਡੈਂਟਸ ਦਾ ਕਹਿਣਾ ਹੈ ਕਿ ਉਹ ਕੈਨੇਡਾ ਇਸ ਕਰਕੇ ਜਾਣਾ ਚਾਹੁੰਦੇ ਨੇ ਕਿਉਂਕਿ ਦੇਸ਼ ਵਿੱਚ ਹਾਈ ਵੈਕਸੀਨੇਸ਼ਨ ਰੇਟ ਹੈ। ਇਸ ਸਰਵੇ ਤੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਪੈਂਡੈਮਿਕ ਦੇ ਦੌਰਾਨ ਵੀ ਇਹ ਰੁਚੀ ਰੱਖਦੇ ਨੇ ਕਿ ਉਹ ਆਪਣਾ ਦੇਸ਼ ਛੱਡ ਕੇ ਕੈਨੇਡਾ ਵਿੱਚ ਜਾਣ। ਇਸ ਸਮੇਂ ਰਸ਼ੀਆ ਤੇ ਯੂਕਰੇਨ ਵਿਚਕਾਰ ਜੋ ਜੰਗ ਚੱਲ ਰਹੀ ਹੈ ਉਹ ਕਦੋਂ ਖਤਮ ਹੋਏਗੀ, ਇਹ ਵੱਡਾ ਸਵਾਲ ਬਣਿਆ ਹੋਇਆ ਹੈ। ਇਸ ਬਾਰੇ ਯੂਕਰੇਨ ਦੇ ਰਾਸ਼ਟਰਪਤੀ ਬੋਲੇ ਨੇ। ਉਹਨਾਂ ਦਾ ਕਹਿਣਾ ਹੈ ਕਿ ਉਦੋਂ ਤੱਕ ਜੰਗ ਨੂੰ ਖਤਮ ਨਹੀਂ ਕੀਤਾ ਜਾ ਸਕਦਾ ਜਦੋਂ ਤੱਕ ਰੂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਨਹੀਂ ਹੋ ਜਾਂਦੀ। ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਦੱਸਿਆ ਗਿਆ ਹੈ ਕਿ ਜੋ ਇਸ ਸਮੇਂ ਯੂਕਰੇਨ ਤੇ ਰਸ਼ੀਆ ਵਿਚਕਾਰ ਜੰਗ ਚੱਲ ਰਹੀ ਹੈ ਇਹ ਕਿਸ ਤਰ੍ਹਾਂ ਖਤਮ ਹੋਵੇਗੀ। ਯੂਕਰੇਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਿਨਾਂ ਇਹ ਜੰਗ ਖਤਮ ਨਹੀਂ ਹੋ ਸਕਦੀ। ਹਾਲ ਹੀ 'ਚ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਕਿਹਾ ਗਿਆ ਸੀ ਕਿ ਉਹ ਪੁਤਿਨ ਨਾਲ ਨੈਗੋਸੀਏਸ਼ਨ ਵਾਸਤੇ ਤਿਆਰ ਹਨ ਤੇ ਨਾਲ ਹੀ ਉਹਨਾਂ ਵੱਲੋਂ ਵਿਸ਼ਵ ਯੁੱਧ ਸੰਬੰਧੀ ਵੀ ਆਪਣਾ ਪੱਖ ਰੱਖਿਆ ਗਿਆ ਸੀ। ਰਾਸ਼ਟਰਪਤੀ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਵੱਲੋਂ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਨਾਲ ਮੁਲਾਕਾਤ ਨਹੀਂ ਕੀਤੀ ਜਾਂਦੀ, ਉਹ ਇਸ ਨਤੀਜੇ ਦੇ ਉੱਪਰ ਨਹੀਂ ਪਹੁੰਚ ਸਕਦੇ ਕਿ ਕਿਵੇਂ ਇਸ ਜੰਗ ਨੂੰ ਖਤਮ ਕੀਤਾ ਜਾ ਸਕੇਗਾ। ਜਾਣਕਾਰੀ ਲਈ ਦੱਸ ਦਈਏ ਕਿ ਜੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਈ ਯੂਕਰੇਨ ਵਾਸੀ ਆਪਣਾ ਦੇਸ਼ ਛੱਡ ਚੁੱਕੇ ਨੇ। ਜਰਮਨੀ ਵੱਲੋਂ ਹਾਲ ਹੀ ਵਿੱਚ ਭਵਿੱਖਬਾਣੀ ਕੀਤੀ ਗਈ ਸੀ ਕਿ ਇਹਨਾਂ ਰਿਫਿਊਜੀਆਂ ਦੀ ਗਿਣਤੀ 10 ਮਿਲੀਅਨ ਤੋਂ ਵੱਧ ਆਉਣ ਵਾਲੇ ਹਫ਼ਤਿਆਂ ਦੌਰਾਨ ਹੋ ਸਕਦੀ ਹੈ, ਜਿਹੜੇ ਯੂਕਰੇਨ ਛੱਡ ਕੇ ਵੱਖ-ਵੱਖ ਦੇਸ਼ਾਂ ਵਿੱਚ ਚਲੇ ਜਾਣਗੇ। ਵੱਡੀ ਗਿਣਤੀ ਵਿੱਚ ਲੋਕ ਪੋਲੈਂਡ ਦੇ ਵਿੱਚ ਜਾ ਰਹੇ ਨੇ ਤੇ ਕਈ ਦੇਸ਼ਾਂ ਵੱਲੋਂ ਵੀ ਸਪੈਸ਼ਲ ਪ੍ਰੋਗਰਾਮ ਚਲਾਏ ਜਾ ਰਹੇ ਹਨ ਤਾਂ ਕਿ ਯੂਕਰੇਨ ਰਿਫਿਊਜੀਆਂ ਦਾ ਸਵਾਗਤ ਕੀਤਾ ਜਾਵੇ। ਹਾਲ ਹੀ 'ਚ ਕੈਨੇਡਾ ਸਰਕਾਰ ਵੱਲੋਂ ਵੀ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਲਿਆਂਦਾ ਗਿਆ ਤਾਂ ਕਿ ਯੂਕਰੇਨ ਰਿਫਿਊਜੀ ਕੈਨੇਡਾ ਵਿੱਚ ਆ ਕੇ ਰਹਿ ਸਕਣ। ਜਗਮੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਾਥ ਦਿੱਤਾ ਗਿਆ। ਇਹਨਾਂ ਦੋਹਾਂ ਲੀਡਰਸ ਵੱਲੋਂ ਆਪਸ ਦੇ ਵਿੱਚ ਇੱਕ ਡੀਲ ਕੀਤੀ ਗਈ ਹੈ ਜਿਸ ਨਾਲ 2025 ਤੱਕ ਲਿਬਰਲ ਪਾਰਟੀ ਜਿਹੜੀ ਹੈ ਉਹ ਸੱਤਾ ਵਿੱਚ ਬਣੀ ਰਹੇਗੀ। ਦੋਹਾਂ ਲੀਡਰਸ ਵੱਲੋਂ ਕੀ ਡੀਲ ਕੀਤੀ ਗਈ ਹੈ, ਇਸ ਦਾ ਕਿਸ ਨੂੰ ਫਾਇਦਾ ਹੋਏਗਾ, ਨਜ਼ਰ ਮਾਰੋ ਇਸ ਖਬਰ ਰਾਹੀਂ। ਐਨਡੀਪੀ ਪਾਰਟੀ ਅਤੇ ਲਿਬਰਲ ਪਾਰਟੀ ਵਿਚਕਾਰ ਇੱਕ ਸਮਝੌਤਾ ਹੋਇਆ ਜਿਸ ਮੁਤਾਬਕ ਐਨਡੀਪੀ ਵੱਲੋਂ 2025 ਤੱਕ ਲਿਬਰਲਸ ਨੂੰ ਸਪੋਰਟ ਕੀਤੀ ਜਾਵੇਗੀ। ਦੋਹਾਂ ਪਾਰਟੀਆਂ ਵੱਲੋਂ ਮਿਲ ਕੇ ਇੱਕ ਨਵਾਂ ਡੈਂਟਲ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਜਿਸ ਦੇ ਉੱਪਰ ਉਹ ਸਹਿਮਤ ਹੋ ਗਏ। ਇਸ ਨਵੇਂ ਡੈਂਟਲ ਪ੍ਰੋਗਰਾਮ ਸ਼ੁਰੂ ਕਰਨ ਦੀ ਸਹਿਮਤੀ ਅਤੇ ਐਨਡੀਪੀ ਦੀਆਂ ਕੁਝ ਤਰਜੀਹਾਂ ਨੂੰ ਪੂਰਾ ਕਰਨ ਦੇ ਵਾਅਦੇ ਦੇ ਬਦਲੇ ਲਿਬਰਲ ਸਰਕਾਰ ਨੇ 2025 ਤੱਕ ਐਨਡੀਪੀ ਦਾ ਸਮਰਥਨ ਹਾਸਲ ਕਰ ਲਿਆ ਹੈ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਨਿਊਜ਼ ਕਾਨਫਰੰਸ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਉਹਨਾਂ ਕਿਹਾ ਕਿ ਅਸੀਂ ਇਕੱਠੇ ਕੰਮ ਕਰਨ ਲਈ ਸਹਿਮਤ ਹੋ ਗਏ ਹਾਂ। ਦੱਸ ਦਈਏ ਕਿ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਇੱਕ ਰਿਲੀਜ਼ ਜਾਰੀ ਕੀਤੀ ਗਈ ਜਿਸ ਵਿੱਚ ਦੱਸਿਆ ਗਿਆ ਕਿ ਡੈਂਟਲ ਪ੍ਰੋਗਰਾਮ 12 ਸਾਲ ਦੇ ਬੱਚਿਆਂ ਲਈ ਇਸੇ ਸਾਲ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਬਾਅਦ 2023 ਵਿੱਚ ਇਹ ਪ੍ਰੋਗਰਾਮ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ, ਸੀਨੀਅਰਸ ਅਤੇ ਹੋਰ ਕਈ ਲੋਕਾਂ ਲਈ ਸ਼ੁਰੂ ਕੀਤਾ ਜਾਵੇਗਾ। 2025 ਵਿੱਚ ਇਹ ਪ੍ਰੋਗਰਾਮ ਪੂਰੀ ਤਰ੍ਹਾਂ ਲਾਗੂ ਹੋ ਜਾਵੇਗਾ। 2021 ਦੀਆਂ ਚੋਣਾਂ ਵਿੱਚ ਐਨਡੀਪੀ ਵੱਲੋਂ ਜੋ ਮੁੱਖ ਏਜੰਡਾ ਦੱਸਿਆ ਗਿਆ ਸੀ ਉਸ ਵਿੱਚ ਡੈਂਟਲ ਕੇਅਰ ਪ੍ਰੋਗਰਾਮ ਵੀ ਇੱਕ ਸੀ। ਇਹ ਡੈਂਟਲ ਕੇਅਰ ਪ੍ਰੋਗਰਾਮ ਉਹਨਾਂ ਵਾਸਤੇ ਹੋਵੇਗਾ ਜਿਹੜੇ ਸਾਲਾਨਾ $90,000 ਤੋਂ ਘੱਟ ਕਮਾਉਂਦੇ ਹਨ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। That the Liberal Party has reached an agreement with the New Democratic Party to deliver results for Canadians now. This supply and confidence agreement starts today and will be in place until the end of this Parliament in 2025. What this means is that during this uncertain time, the government can function with predictability and stability, present and implement budgets, and get things done for Canadians. I've thought long and hard about this. It was not an easy decision. With so much instability around us, Canadians need stability. We're different political parties. We stand for different things. But where we have common goals, we cannot let our differences stand in the way of delivering what Canadians deserve. That's why we're taking this step.
Both parties have identified key policy areas where we share similar objectives, and we've agreed to work together to put the needs and interests of Canadians first. This agreement is not about compromising the core beliefs of either of our parties or denying the differences between us. What it is about is making sure that those differences don't stand in the way of delivering for Canadians. We both believe firmly in Parliament's role of keeping the government accountable. This agreement maintains that critical function. We'll continue to engage in healthy debate with each other and disagree on things, just like we'll also continue working with other parties in the House of Commons to reach consensus and make progress together. This is what working together constructively is all about. ਐਨਡੀਪੀ ਲੀਡਰ ਜਗਮੀਤ ਸਿੰਘ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵਿਚਕਾਰ ਇੱਕ ਡੀਲ ਹੋਈ ਹੈ ਜਿਸ ਨਾਲ ਐਨਡੀਪੀ ਪਾਰਟੀ ਵੱਲੋਂ 2025 ਤੱਕ ਲਿਬਰਲ ਪਾਰਟੀ ਨੂੰ ਸਪੋਰਟ ਕੀਤੀ ਜਾਏਗੀ ਤਾਂ ਕਿ ਉਹ ਸੱਤਾ ਵਿੱਚ ਬਣੇ ਰਹਿਣ। ਹੁਣ ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਵੀ ਇਸ ਨੂੰ ਲੈ ਕੇ ਟਿੱਪਣੀ ਕਰਦੀਆਂ ਦਿਖਾਈ ਦੇ ਰਹੀਆਂ ਨੇ। ਕੰਜ਼ਰਵੇਟਿਵ ਪਾਰਟੀ ਦੀ ਇੰਟਰਿਮ ਲੀਡਰ ਵੱਲੋਂ ਵੀ ਇਸ ਮੁੱਦੇ ਦੇ ਉੱਪਰ ਹੁਣ ਜਸਟਿਨ ਟਰੂਡੋ ਨੂੰ ਘੇਰਿਆ ਗਿਆ ਹੈ ਤੇ ਲਿਬਰਲ ਪਾਰਟੀ ਦੇ ਉੱਪਰ ਕੁਝ ਟਿੱਪਣੀਆਂ ਉਹਨਾਂ ਵੱਲੋਂ ਕੀਤੀਆਂ ਗਈਆਂ। ਕੀ ਕਹਿਣਾ ਹੈ ਉਹਨਾਂ ਦਾ, ਜਾਣੋ ਇਸ ਖਬਰ ਰਾਹੀਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਸਾਥ ਮਿਲਿਆ। ਦੋਹਾਂ ਪਾਰਟੀ ਲੀਡਰਸ ਵੱਲੋਂ ਆਪਸ ਵਿੱਚ ਇੱਕ ਡੀਲ ਕੀਤੀ ਗਈ ਹੈ ਜਿੱਥੇ ਟਰੂਡੋ ਸਰਕਾਰ ਨੂੰ 2025 ਤੱਕ ਐਨਡੀਪੀ ਵੱਲੋਂ ਸਪੋਰਟ ਕੀਤੀ ਜਾਵੇਗੀ ਜਿਸ ਨਾਲ ਉਹ ਸੱਤਾ ਵਿੱਚ ਬਣੇ ਰਹਿਣਗੇ। ਇਸ ਤੋਂ ਬਾਅਦ ਹੁਣ ਵਿਰੋਧੀ ਪਾਰਟੀਆਂ ਦੇ ਲੀਡਰਸ ਵੱਲੋਂ ਵੀ ਆਪਣਾ ਪੱਖ ਰੱਖਿਆ ਜਾ ਰਿਹਾ ਹੈ। ਐਨਡੀਪੀ ਪਾਰਟੀ ਅਤੇ ਲਿਬਰਲ ਪਾਰਟੀ ਵਿਚਕਾਰ ਜਿਹੜਾ ਸਮਝੌਤਾ ਹੋਇਆ ਉਸ ਉੱਪਰ ਕੰਜ਼ਰਵੇਟਿਵ ਇੰਟਰਿਮ ਲੀਡਰ ਵੀ ਬੋਲੇ ਨੇ। ਉਹਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੱਤਾ ਵਿੱਚ ਰਹਿਣ ਦੇ ਲਈ ਇਹ ਡੀਲ ਕੀਤੀ ਗਈ ਹੈ। ਇਸ ਮੌਕੇ ਦੇ ਉੱਪਰ ਉਹ ਲਿਬਰਲ ਪਾਰਟੀ ਨੂੰ ਘੇਰਦੇ ਹੋਏ ਵੀ ਦਿਖਾਈ ਦਿੱਤੇ। ਸਭ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਕਿ ਆਪੋਜੀਸ਼ਨ ਲੀਡਰ ਵੱਲੋਂ ਹੁਣ ਐਨਡੀਪੀ ਲਿਬਰਲ ਐਗਰੀਮੈਂਟ ਦੇ ਬਾਰੇ ਕੀ ਕਿਹਾ ਗਿਆ। Prime Minister stand up and say that they've been talking, they've had secret deals they weren't telling anyone about. No one knew they were doing this. You know, in the midst of, we've got a war going on in Ukraine, we had the Emergencies Measures Act that was declared, backed by the NDP. One has to wonder, when did these talks start? What kind of agreements were made? What was the quid pro quo that was given? These are important questions that go to the very heart of our democracy. Democracy and openness has been replaced by backroom deals. And so this is certainly about fiscal challenges and the fear of what this will do to the economy of the country. But I believe it goes to the heart of our democracy. The Liberals and the NDP had and have an obligation to be honest and transparent and tell Canadians this is what they've been cooking up. And they didn't do that. ਕੈਨੇਡਾ ਵੱਲੋਂ ਕੋਵਿਡ-19 ਵੈਕਸੀਨ ਤਿਆਰ ਕੀਤੀ ਗਈ ਜਿਸ ਨੂੰ ਰੋਕ ਦਿੱਤਾ ਗਿਆ ਹੈ। ਜਾਣੀ ਕਿ ਇਸ ਦੀ ਜਿਹੜੀ ਟੈਸਟਿੰਗ ਹੈ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਹੋਏ ਜਿਸ ਦੇ ਬਾਰੇ ਪਿਛਲੇ ਦਿਨੀ ਖਬਰਾਂ ਸਾਹਮਣੇ ਆਈਆਂ ਸਨ। ਇਸ ਬਾਰੇ ਹੁਣ ਹਰਜੀਤ ਸੱਜਣ ਬੋਲੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਵਿਸ਼ਵ ਸਿਹਤ ਸੰਗਠਨ ਇਸ ਨੂੰ ਮਨਜ਼ੂਰੀ ਦੇਵੇ ਤਾਂ ਇਹ ਟੀਕੇ ਜਿਹੜੇ ਨੇ ਵੈਕਸੀਨ ਉਸ ਨੂੰ ਦਾਨ ਕੀਤਾ ਜਾਵੇਗਾ। ਕੈਨੇਡਾ ਨੂੰ ਮੈਡੀਕਾਗੋ ਕੋਵਿਡ-19 ਵੈਕਸੀਨ ਡੋਨੇਟ ਕਰਨ ਵਾਸਤੇ ਕੀ ਕਰਨਾ ਚਾਹੀਦਾ ਹੈ ਇਸ ਬਾਰੇ ਹਰਜੀਤ ਸੱਜਣ ਵੱਲੋਂ ਜਾਣਕਾਰੀ ਦਿੱਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਇਸ ਡੋਨੇਸ਼ਨ ਵਾਸਤੇ ਕੈਨੇਡਾ ਨੂੰ ਵਿਸ਼ਵ ਸਿਹਤ ਸੰਗਠਨ ਤੋਂ ਮਨਜ਼ੂਰੀ ਚਾਹੀਦੀ ਹੈ। ਕੈਨੇਡਾ ਦੇ ਅੰਤਰਰਾਸ਼ਟਰੀ ਵਿਕਾਸ ਮੰਤਰੀ ਹਰਜੀਤ ਸਿੰਘ ਸੱਜਣ ਚਾਹੁੰਦੇ ਨੇ ਕਿ ਵਿਸ਼ਵ ਸਿਹਤ ਸੰਗਠਨ ਮੈਡੀਕਾਗੋ ਦੀ ਕੋਵਿਡ-19 ਵੈਕਸੀਨ ਨੂੰ ਹਰੀ ਝੰਡੀ ਦੇਵੇ ਤਾਂ ਕਿ ਕੈਨੇਡਾ ਆਪਣੀ ਇਸ ਵੈਕਸੀਨ ਨੂੰ ਡੋਨੇਟ ਕਰ ਸਕੇ। ਦੱਸ ਦਈਏ ਕਿ ਇਹ ਵੈਕਸੀਨ ਕੈਨੇਡਾ ਵੱਲੋਂ ਖੁਦ ਤਿਆਰ ਕੀਤੀ ਗਈ ਹੈ। ਡੋਨੇਸ਼ਨ ਤੋਂ ਬਾਅਦ ਇਸ ਨੂੰ ਇਸਤੇਮਾਲ ਕੀਤਾ ਜਾ ਸਕੇਗਾ। ਹਰਜੀਤ ਸੱਜਣ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਘੱਟ ਆਮਦਨ ਵਾਲੇ ਦੇਸ਼ਾਂ ਵਿੱਚ ਵਧੇਰੇ ਵੈਕਸੀਨ ਭੇਜਣ ਦੀ ਯੋਗਤਾ ਇਸ ਚੀਜ਼ ਨੂੰ ਲੈ ਕੇ ਨਿਰਭਰ ਕਰਦੀ ਹੈ ਕਿ ਕੈਨੇਡਾ ਇਹਨਾਂ ਡੋਜ਼ ਨੂੰ ਭੇਜ ਸਕਦਾ ਹੈ ਤੇ ਭੇਜੇ ਜਾਣ ਤੇ ਇਹ ਡੋਜ਼ਸ ਵਰਤੀਆਂ ਜਾ ਸਕਣਗੀਆਂ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ WHO ਨੇ ਕਿਊਬਿਕ ਆਧਾਰਿਤ ਇਸ ਵੈਕਸੀਨ ਦੀ ਕੰਪਨੀ ਦੇ ਤੰਬਾਕੂ ਕੰਪਨੀ ਨਾਲ ਸੰਬੰਧ ਹੋਣ ਦੇ ਚੱਲਦਿਆਂ ਇਸ ਕੰਪਨੀ ਵੱਲੋਂ ਤਿਆਰ ਕੀਤੀ ਗਈ ਕੋਵਿਡ-19 ਵੈਕਸੀਨ ਦੀ ਪ੍ਰੀ ਕੁਆਲੀਫਿਕੇਸ਼ਨ ਪ੍ਰੋਸੈਸ ਰੋਕ ਦਿੱਤੀ ਸੀ। ਵਿਸ਼ਵ ਸਿਹਤ ਸੰਗਠਨ ਦੀ ਡਰੱਗ ਵੈਕਸੀਨ ਅਤੇ ਫਾਰਮਾ ਮਾਮਲਿਆਂ ਦੀ ਅਸਿਸਟੈਂਟ ਵੱਲੋਂ ਦੱਸਿਆ ਗਿਆ ਕਿ ਇਸ ਵੈਕਸੀਨ ਦੇ ਤੰਬਾਕੂ ਕੰਪਨੀ ਨਾਲ ਜੁੜੇ ਹੋਣ ਕਾਰਨ ਜ਼ਿਆਦਾ ਸੰਭਾਵਨਾ ਇਹੀ ਹੈ ਕਿ ਐਮਰਜੈਂਸੀ ਇਸਤੇਮਾਲ ਲਈ ਇਸ ਵੈਕਸੀਨ ਨੂੰ ਸਵੀਕਾਰ ਨਾ ਕੀਤਾ ਜਾਵੇ। ਦੱਸ ਦਈਏ ਕਿ ਕੈਨੇਡਾ ਨੇ ਇਸ ਸਾਲ ਦੇ ਅੰਤ ਤੱਕ 200 ਮਿਲੀਅਨ ਡੋਜ਼ਸ ਡੋਨੇਟ ਕਰਨ ਦਾ ਵਾਅਦਾ ਕੀਤਾ ਹੈ ਤੇ ਹੁਣ ਤੱਕ ਸਿਰਫ 15 ਮਿਲੀਅਨ ਹੀ ਡੋਨੇਟ ਕੀਤੀਆਂ ਗਈਆਂ ਨੇ।
ਕੈਨੇਡਾ ਵੱਲੋਂ ਇਸ ਸਾਲ 2 ਮਿਲੀਅਨ ਤੋਂ ਵੀ ਘੱਟ ਡੋਜ਼ਸ ਭੇਜੀਆਂ ਗਈਆਂ ਅਤੇ ਮਿਨਿਸਟਰ ਸੱਜਣ ਦਾ ਕਹਿਣਾ ਹੈ ਕਿ ਜਿਵੇਂ ਹੀ ਦੇਸ਼ ਇਸ ਡੋਜ਼ਸ ਪ੍ਰਾਪਤ ਕਰਨ ਦਾ ਸੰਕੇਤ ਦਿੰਦੇ ਨੇ ਤਾਂ ਉਹਨਾਂ ਵੱਲੋਂ ਹੋਰ ਵੀ ਕਰੋਨਾ ਵੈਕਸੀਨ ਦੇ ਟੀਕੇ ਭੇਜੇ ਜਾਣਗੇ। ਟੋਰਾਂਟੋ ਦੇ ਵਿੱਚ ਜੋ ਇੱਕ ਭਿਆਨਕ ਤੂਫਾਨ ਆਇਆ ਸੀ ਉਸ ਦੇ ਕਾਰਨ ਜੋ ਬਰਫ਼ ਇਕੱਠੀ ਹੋ ਗਈ ਉਸ ਨੂੰ ਹੁਣ ਹਟਾਇਆ ਜਾ ਰਿਹਾ ਹੈ। ਇਸ ਬਰਫ਼ ਨੂੰ ਹਟਾਉਣ ਦੇ ਉੱਪਰ ਕਾਫੀ ਖਰਚਾ ਆ ਰਿਹਾ ਹੈ। ਇੱਕ ਰਿਪੋਰਟ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਸ ਵਿੱਚ ਦੱਸਿਆ ਗਿਆ ਕਿ ਇਸ ਬਰਫ਼ ਨੂੰ ਹਟਾਉਣ ਦੇ ਵਾਸਤੇ $17 ਮਿਲੀਅਨ ਤੱਕ ਦਾ ਖਰਚ ਆ ਰਿਹਾ ਹੈ। ਜਨਵਰੀ ਮਹੀਨੇ ਜੋ ਬਰਫੀਲਾ ਤੂਫਾਨ ਆਇਆ ਉਸ ਤੋਂ ਬਾਅਦ ਬਰਫ਼ ਹਟਾਉਣ ਦੇ ਲਈ ਸਿਟੀ ਆਫ ਟੋਰਾਂਟੋ ਨੂੰ $70 ਮਿਲੀਅਨ ਖਰਚ ਕਰਨੇ ਪੈ ਗਏ। ਹੁਣ ਇਸ ਨੂੰ ਧਿਆਨ ਵਿੱਚ ਰੱਖਦਿਆਂ ਟੋਰਾਂਟੋ ਨੂੰ ਅਜਿਹੇ ਠੰਡੇ ਮੌਸਮ ਦੀ ਤਿਆਰੀ ਲਈ ਨਵੀਂ ਯੋਜਨਾ ਲਿਆਉਣ ਦੀ ਜ਼ਰੂਰਤ ਹੈ। ਜੋ ਖਰਚ ਇਸ ਸਮੇਂ ਸਿਟੀ ਆਫ ਟੋਰਾਂਟੋ ਨੂੰ ਸਹਿਣਾ ਪਿਆ, ਦੱਸ ਦਈਏ ਕਿ ਪੂਰੇ ਵਿੰਟਰ ਸੀਜ਼ਨ ਦੌਰਾਨ ਸਾਂਭ ਸੰਭਾਲ ਦੇ ਬਜਟ ਦਾ 20% ਹਿੱਸਾ ਬਣਦਾ ਹੈ। ਮੰਗਲਵਾਰ ਨੂੰ ਸਟਾਫ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿੱਚ ਇਹ ਸਾਰੀ ਜਾਣਕਾਰੀ ਦਿੱਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਮੌਸਮ ਨਾਲ ਨਜਿੱਠਣ ਵਾਸਤੇ ਸ਼ਹਿਰ ਨੂੰ ਜ਼ਰੂਰਤ ਹੈ ਕਿ ਕੋਈ ਇੱਕ ਨਵਾਂ ਪ੍ਰੋਗਰਾਮ ਉਲੀਕਿਆ ਜਾਵੇ। ਪਰ ਨਾਲ ਹੀ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਨਵੀਂ ਯੋਜਨਾ ਤਿਆਰ ਕਰਨ ਲਈ ਜੋ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਇਸ ਦਾ ਸਿਲਸਿਲਾ ਘੱਟੋ-ਘੱਟ 2023 ਤੱਕ ਪੂਰਾ ਨਹੀਂ ਹੋਵੇਗਾ। ਦੱਸ ਦਈਏ ਕਿ ਲੋਕਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਕੌਂਸਲਰਾਂ ਨੇ ਬਰਫ਼ ਹਟਾਈ ਜਾਣ ਦੇ ਕਾਰਜਾਂ ਸੰਬੰਧੀ ਸਿਟੀ ਸਟਾਫ ਤੋਂ ਜਾਣਕਾਰੀ ਹਾਸਲ ਕੀਤੀ। ਇਸ ਦੇ ਜਵਾਬ ਵਿੱਚ ਹੀ ਸਿਟੀ ਸਟਾਫ ਵੱਲੋਂ ਰਿਪੋਰਟ ਤਿਆਰ ਕੀਤੀ ਗਈ। ਸਟਾਫ ਦਾ ਕਹਿਣਾ ਹੈ ਕਿ ਜਨਵਰੀ ਵਿੱਚ ਜੋ ਤੂਫਾਨ ਆਇਆ ਉਹ ਤੂਫਾਨ 20 ਸਾਲਾਂ ਵਿੱਚ ਆਇਆ ਸਭ ਤੋਂ ਵੱਡਾ ਤੂਫਾਨ ਸੀ। ਟੋਰਾਂਟੋ ਵਿੱਚ 55 ਸੈਂਟੀਮੀਟਰ ਬਰਫ਼ਬਾਰੀ ਹੋਈ। ਇਸ ਤੋਂ ਬਾਅਦ ਠੰਡ ਦਾ ਮੌਸਮ ਸ਼ੁਰੂ ਹੋ ਗਿਆ। ਸਟਾਫ ਮੁਤਾਬਕ ਤੂਫਾਨ ਤੋਂ ਬਾਅਦ ਜੋ ਠੰਡ ਹੋ ਗਈ ਉਸ ਕਾਰਨ ਬਰਫ਼ ਜੰਮ ਗਈ। ਇਸ ਸਮੇਂ ਯੂਕਰੇਨ ਅਤੇ ਰਸ਼ੀਆ ਵਿਚਕਾਰ ਜੋ ਜੰਗ ਲੱਗੀ ਹੋਈ ਹੈ ਉਸ ਬਾਰੇ ਯੂਐਨ ਚੀਫ ਬੋਲੇ ਨੇ। ਯੂਐਨ ਚੀਫ ਦਾ ਕਹਿਣਾ ਹੈ ਕਿ ਇਹ ਜੰਗ ਜਿਹੜੀ ਹੈ ਇਹ ਖਤਮ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਹ ਕਾਫੀ ਅੱਗੇ ਵਧਦੀ ਜਾ ਰਹੀ ਹੈ। ਰੂਸ ਅਤੇ ਯੂਕਰੇਨ ਵਿਚਕਾਰ ਜੋ ਜੰਗ ਚੱਲ ਰਹੀ ਹੈ ਉਸ ਬਾਰੇ ਹੁਣ ਯੂਐਨ ਚੀਫ ਵੱਲੋਂ ਇੱਕ ਅਪੀਲ ਕੀਤੀ ਗਈ। ਯੂਐਨ ਚੀਫ ਦਾ ਕਹਿਣਾ ਹੈ ਕਿ ਇਸ ਜੰਗ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਯੂਐਨ ਚੀਫ ਦਾ ਕਹਿਣਾ ਹੈ ਕਿ ਇਹ ਜੰਗ ਬਿਨਾਂ ਵਜ੍ਹਾ ਲਗਾਤਾਰ ਵਧਦੀ ਜਾ ਰਹੀ ਹੈ ਜਿਸ ਨਾਲ ਯੂਕਰੇਨ ਵਿੱਚ ਰਹਿਣ ਵਾਲੇ ਲੋਕ ਕਾਫੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਨੇ। ਦੱਸ ਦਈਏ ਕਿ ਯੂਕਰੇਨ ਅਤੇ ਰਸ਼ੀਆ ਵਿਚਕਾਰ ਜੋ ਜੰਗ ਚੱਲ ਰਹੀ ਹੈ ਇਸ ਨੂੰ 4 ਹਫ਼ਤੇ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ ਤੇ ਅਜੇ ਵੀ ਇਹ ਜੰਗ ਜਾਰੀ ਹੈ। ਵੱਖ-ਵੱਖ ਦੇਸ਼ਾਂ ਵੱਲੋਂ ਵੀ ਲਗਾਤਾਰ ਰਸ਼ੀਆ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਜਾਣੀ ਕਿ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਤਾਂ ਕਿ ਰਸ਼ੀਆ ਇਸ ਜੰਗ ਨੂੰ ਖਤਮ ਕਰ ਦੇਵੇ ਤੇ ਉਧਰ ਦੂਜੇ ਪਾਸੇ ਹੁਣ ਯੂਐਨ ਚੀਫ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਇਸ ਜੰਗ ਨੂੰ ਖਤਮ ਕਰ ਦੇਣਾ ਚਾਹੀਦਾ ਹੈ। ਉਹਨਾਂ ਦਾ ਹੋਰ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ। Elements of diplomatic progress are coming into view on several key issues. There is enough on the table to cease hostilities now and seriously negotiate now. This war is unwinnable. Sooner or later it will have to move from the battlefield to the peace table, and that is inevitable. The only question is how many more lives must be lost? How many more bombs must fall? How many Mariupols must be destroyed? How many more Ukrainians and Russians will be killed before everyone realizes that this war has no winners, only losers? How many more people will have to die in Ukraine? And how many people around the world will have to face hunger for this to stop? Continuing the war in Ukraine is morally unacceptable, politically indefensible, and militarily nonsensical. ਬ੍ਰਿਟਿਸ਼ ਕੋਲੰਬੀਆ ਤੋਂ ਰੈਪਿਡ ਟੈਸਟ ਕਿੱਟਾਂ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਜਿੱਥੇ ਕਾਫੀ ਲੋਕਾਂ ਨੂੰ ਹੁਣ ਜਿਹੜੀਆਂ ਮੁਫਤ ਵਿੱਚ ਰੈਪਿਡ ਟੈਸਟ ਕਿੱਟਾਂ ਦਿੱਤੀਆਂ ਜਾਂਦੀਆਂ ਨੇ। ਇਸ ਦੀ ਐਲੀਜੀਬਿਲਟੀ ਨੂੰ ਐਕਸਪੈਂਡ ਕੀਤਾ ਗਿਆ ਹੈ। ਹੁਣ 30 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਇਹ ਮੁਫਤ ਵਿੱਚ ਕਿੱਟਾਂ ਹਾਸਲ ਕਰ ਸਕਦੇ ਨੇ। ਬ੍ਰਿਟਿਸ਼ ਕੋਲੰਬੀਆ ਵੱਲੋਂ ਮੁਫਤ ਵਿੱਚ ਕੋਵਿਡ-19 ਰੈਪਿਡ ਟੈਸਟ ਦੇਣ ਦੀ ਐਲੀਜੀਬਿਲਟੀ ਨੂੰ ਇੱਕ ਵਾਰ ਫਿਰ ਤੋਂ ਵਧਾਇਆ ਗਿਆ ਹੈ ਜਿੱਥੇ ਹੁਣ ਸੂਬੇ ਵਿੱਚ 30 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਰੈਪਿਡ ਐਂਟੀਜਨ ਟੈਸਟ ਕਿੱਟਾਂ ਹਾਸਲ ਕਰ ਸਕਦੇ ਨੇ। ਇਸ ਮੁਤਾਬਿਕ ਇਹ ਹੋਵੇਗਾ ਕਿ ਜਿਹੜੇ 30 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਨੇ ਉਹ 28 ਦਿਨਾਂ ਵਿੱਚ ਇੱਕ ਟੈਸਟ ਕਿੱਟ ਹਾਸਲ ਕਰ ਸਕਣਗੇ। ਇਸ ਇੱਕ ਟੈਸਟ ਕਿੱਟ ਦੇ ਵਿੱਚ 5 ਟੈਸਟ ਹੋਣਗੇ ਜਿਸ ਦੀ ਜਾਣਕਾਰੀ ਸਿਹਤ ਮੰਤਰੀ ਵੱਲੋਂ ਇੱਕ ਸਟੇਟਮੈਂਟ ਦੇ ਰਾਹੀਂ ਸਾਂਝੀ ਕੀਤੀ ਗਈ। ਇਸ ਰੈਪਿਡ ਟੈਸਟ ਕਿੱਟ ਨੂੰ ਹਾਸਲ ਕਰਨ ਵਾਸਤੇ ਪਰਸਨਲ ਹੈਲਥ ਕੇਅਰ ਨੰਬਰ ਦੇਣਾ ਜ਼ਰੂਰੀ ਹੋਵੇਗਾ। ਮਿਨਿਸਟਰੀ ਦਾ ਕਹਿਣਾ ਹੈ ਕਿ ਕਿਸੇ ਵੇਲੇ ਵੀ ਆ ਕੇ ਇਹ ਟੈਸਟ ਕਿੱਟ ਲਿਜਾਂਦੀ ਜਾ ਸਕੇਗੀ। ਜਾਣਕਾਰੀ ਲਈ ਦੱਸ ਦਈਏ ਕਿ ਰੈਪਿਡ ਟੈਸਟ PCR ਟੈਸਟ ਤੋਂ ਘੱਟ ਸੈਂਸਿਟਿਵ ਹੁੰਦੇ ਹਨ ਤੇ ਬ੍ਰਿਟਿਸ਼ ਕੋਲੰਬੀਆ ਵੱਲੋਂ ਜੋ ਟੈਸਟ ਕਿੱਟ ਸੰਬੰਧੀ ਐਲੀਜੀਬਿਲਟੀ ਹੈ ਉਸ ਨੂੰ ਸਮੇਂ-ਸਮੇਂ ਦੇ ਉੱਪਰ ਐਕਸਪੈਂਡ ਕੀਤਾ ਗਿਆ ਜਿਸ ਦੀ ਜਾਣਕਾਰੀ ਸਿਹਤ ਮੰਤਰਾਲੇ ਵੱਲੋਂ ਲਗਾਤਾਰ ਸਾਂਝੀ ਕੀਤੀ ਜਾ ਸਕਦੀ ਹੈ ਤੇ ਹੁਣ ਤਾਜ਼ਾ ਜਾਣਕਾਰੀ ਦੇ ਮੁਤਾਬਕ ਜਿਨ੍ਹਾਂ ਦੀ ਉਮਰ 30 ਸਾਲ ਅਤੇ ਇਸ ਤੋਂ ਵੱਧ ਹੈ ਉਹ ਸਾਰੇ ਇਹ ਟੈਸਟ ਕਿੱਟ ਹਾਸਲ ਕਰ ਸਕਣਗੇ ਜੋ ਕਿ ਬਿਲਕੁਲ ਮੁਫਤ ਹੋਵੇਗੀ।
ਜਿਸ ਵਿੱਚ 5 ਟੈਸਟ ਮਿਲਣਗੇ। ਫੈਡਰਲ ਸਰਕਾਰ ਵੱਲੋਂ ਜੋ ਲਾਜ਼ਮੀ ਵੈਕਸੀਨੇਸ਼ਨ ਨੀਤੀ ਲਿਆਂਦੀ ਗਈ ਹੈ ਕਦੋਂ ਖਤਮ ਹੋਏਗੀ, ਇਹ ਲਗਾਤਾਰ ਸਵਾਲ ਪੁੱਛਿਆ ਜਾ ਰਿਹਾ ਹੈ। ਇਸ ਬਾਰੇ ਸਿਹਤ ਮੰਤਰੀ ਬੋਲੇ ਨੇ, ਉਹਨਾਂ ਦਾ ਕਹਿਣਾ ਹੈ ਕਿ ਅਜੇ ਇਸ ਬਾਰੇ ਨਹੀਂ ਕਿਹਾ ਜਾ ਸਕਦਾ ਕਿ ਕਦੋਂ ਇਸ ਨੀਤੀ ਨੂੰ ਖਤਮ ਕੀਤਾ ਜਾਵੇਗਾ। ਸਿਹਤ ਮੰਤਰੀ ਨੇ ਹੋਰ ਕੀ ਕਿਹਾ, ਆਓ ਜਾਣੋ। ਫੈਡਰਲ ਸਰਕਾਰ ਵੱਲੋਂ ਲਾਜ਼ਮੀ ਵੈਕਸੀਨੇਸ਼ਨ ਨੀਤੀ ਕਦੋਂ ਖਤਮ ਕੀਤੀ ਜਾਵੇਗੀ, ਇਸ ਸੰਬੰਧੀ ਸਵਾਲ ਪੁੱਛਿਆ ਜਾ ਰਿਹਾ ਹੈ। ਇਸ ਦਾ ਜਵਾਬ ਹੁਣ ਸਿਹਤ ਮੰਤਰੀ ਵੱਲੋਂ ਦਿੱਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਹ ਫੈਸਲਾ ਕਾਫੀ ਕੰਪਲਿਕੇਟਡ ਹੈ। ਫਿਲਹਾਲ ਸਰਕਾਰ ਦੀ ਇਸ ਤਰ੍ਹਾਂ ਦੀ ਕੋਈ ਯੋਜਨਾ ਨਹੀਂ ਹੈ ਕਿ ਲਾਜ਼ਮੀ ਵੈਕਸੀਨੇਸ਼ਨ ਨੀਤੀ ਨੂੰ ਖਤਮ ਕੀਤਾ ਜਾਵੇ। ਇਸ ਤੋਂ ਇਲਾਵਾ ਬਹੁਤ ਸਾਰੀਆਂ ਪਾਬੰਦੀਆਂ ਜੋ ਕੋਰੋਨਾ ਵਾਇਰਸ ਕਾਰਨ ਕੈਨੇਡਾ ਸਰਕਾਰ ਵੱਲੋਂ ਲਗਾਈਆਂ ਗਈਆਂ ਸਨ, ਉਸ ਦੇ ਵਿੱਚ ਰਾਹਤ ਦੇ ਦਿੱਤੀ ਗਈ। ਹਾਲ ਹੀ 'ਚ ਯਾਤਰੀਆਂ ਵਾਸਤੇ ਵੀ ਸਰਕਾਰ ਵੱਲੋਂ ਵੱਡਾ ਐਲਾਨ ਕੀਤਾ ਗਿਆ, ਜਿਸ ਮੁਤਾਬਕ 1 ਅਪ੍ਰੈਲ ਤੋਂ ਕੈਨੇਡਾ ਵਿੱਚ ਆਉਣ ਵਾਲੇ ਫੁੱਲੀ ਵੈਕਸੀਨੇਟਡ ਯਾਤਰੀਆਂ ਤੋਂ ਹੁਣ ਕੋਰੋਨਾ ਟੈਸਟ ਰਿਪੋਰਟ ਨਹੀਂ ਮੰਗੀ ਜਾਏਗੀ, ਜਿਸ ਦਾ ਮਤਲਬ ਹੈ ਕਿ ਪ੍ਰੀ ਡਿਪਾਰਚਰ ਟੈਸਟ ਰਿਕੁਆਇਰਮੈਂਟ ਸੰਬੰਧੀ ਫੈਡਰਲ ਸਰਕਾਰ ਵੱਲੋਂ ਰਾਹਤ ਦੇ ਦਿੱਤੀ ਗਈ। ਹੁਣ ਸਿਹਤ ਮੰਤਰੀ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। We are in a much better position now in March 2022 than we were in March 2020. High vaccination rates and strong adherence to public health measures have pushed us through the peak of the Omicron wave. We have more tools available now, like the wide availability of rapid tests and a range of new treatments that can help keep some patients from getting seriously ill. I think it's fair to say that we are now entering into a transition phase of this pandemic. As the weather warms and people spend more time outside, we can expect to see transmission decline in the coming months. But we have to be prepared for a waning of collective and individual immunity. Of course, the Government of Canada will also keep monitoring for new variants through our robust surveillance system and adjust public health measures as necessary. In the meantime, and to build on our last announcement in February, we are now ready to announce further changes to border measures. Effective April 1st, 2022, fully vaccinated travelers will no longer be required to complete a pre-entry test for travel to Canada. Fully vaccinated travelers may still continue to undergo random testing upon entry to Canada, but they are no longer required to quarantine while awaiting their results. ਕੋਰੋਨਾ ਵਾਇਰਸ ਦੌਰਾਨ ਜਿਨ੍ਹਾਂ ਵੱਲੋਂ ਨਿਯਮ ਉਲੰਘਣ ਕੀਤੇ ਗਏ, ਉਹਨਾਂ ਨੂੰ ਭਾਰੀ ਜੁਰਮਾਨੇ ਲਗਾਏ ਗਏ। ਬ੍ਰਿਟਿਸ਼ ਕੋਲੰਬੀਆ ਵੱਲੋਂ 2000 ਤੋਂ ਵੱਧ ਟਿਕਟਾਂ ਜਾਰੀ ਕੀਤੀਆਂ ਗਈਆਂ। ਇਹਨਾਂ ਵਿੱਚੋਂ ਕਈ ਅਜਿਹੇ ਹਨ ਜਿਨ੍ਹਾਂ ਨੇ ਅਜੇ ਤੱਕ ਇਸ ਜੁਰਮਾਨਾ ਅਦਾ ਨਹੀਂ ਕੀਤਾ। ਇਸ ਦੀ ਡੀਟੇਲ ਹੁਣ ਸੂਬੇ ਤੋਂ ਸਾਹਮਣੇ ਆਈ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਕੋਰੋਨਾ ਵਾਇਰਸ ਦਾ ਉਲੰਘਣ ਕਰਨ ਵਾਲਿਆਂ ਨੂੰ ਜੁਰਮਾਨੇ ਲਗਾਏ ਗਏ। 14 ਮਹੀਨਿਆਂ ਦੌਰਾਨ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਨਿਯਮ ਉਲੰਘਣ ਦੇ ਚੱਲਦਿਆਂ 2035 ਕੋਵਿਡ-19 ਟਿਕਟਸ ਦਿੱਤੀਆਂ ਗਈਆਂ, ਪਰ ਇਹਨਾਂ ਵਿੱਚੋਂ ਸਾਰਿਆਂ ਨੇ ਜੁਰਮਾਨਾ ਨਹੀਂ ਭਰਿਆ। ਜਿਹੜੀਆਂ ਟਿਕਟਾਂ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਜਾਰੀ ਕੀਤੀਆਂ ਗਈਆਂ, ਉਸ ਵਿੱਚੋਂ 1733 ਅਜਿਹੇ ਵਿਅਕਤੀ ਨੇ ਜਿਨ੍ਹਾਂ ਵੱਲੋਂ ਜੁਰਮਾਨਾ ਭਰਨ ਤੋਂ ਮਨਾ ਕਰ ਦਿੱਤਾ ਗਿਆ। ਸੂਬੇ ਵੱਲੋਂ $575 ਦੀਆਂ 107 ਅਜਿਹੇ ਲੋਕਾਂ ਨੂੰ ਟਿਕਟਾਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਨੇ ਇਵੈਂਟ ਮੌਕੇ ਨਿਯਮਾਂ ਦਾ ਉਲੰਘਣ ਕੀਤਾ। $2300 ਦੀਆਂ 435 ਅਜਿਹੇ ਓਨਰਸ ਅਤੇ ਆਰਗੇਨਾਈਜ਼ਰਸ ਨੂੰ ਟਿਕਟਾਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਨੇ ਇਕੱਠ ਦੇ ਨਿਯਮਾਂ ਦਾ ਉਲੰਘਣ ਕੀਤਾ। ਇਹਨਾਂ ਦੀ ਕੁੱਲ ਗਿਣਤੀ $1 ਮਿਲੀਅਨ ਦੀ ਬਣਦੀ ਹੈ। ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਪੁਲਿਸ ਵੱਲੋਂ 233 ਟਿਕਟਾਂ ਜਿਨ੍ਹਾਂ ਦੀ ਕੀਮਤ $5,86,529 ਬਣਦੀ ਹੈ, ਅਜਿਹੇ ਲੋਕਾਂ ਨੂੰ ਦਿੱਤੀਆਂ ਗਈਆਂ ਜਿਨ੍ਹਾਂ ਨੇ ਫੈਡਰਲ ਕੁਆਰੰਟਾਈਨ ਐਕਟ ਦਾ ਉਲੰਘਣ ਕੀਤਾ। ਜਾਣਕਾਰੀ ਮੁਤਾਬਕ ਇਹਨਾਂ ਵਿੱਚੋਂ ਕਈਆਂ ਨੇ ਅਜੇ ਤੱਕ ਜੁਰਮਾਨੇ ਨਹੀਂ ਭਰੇ। ਜਾਣਕਾਰੀ ਲਈ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਸੂਬੇ ਵੱਲੋਂ ਕਿਹਾ ਗਿਆ ਸੀ ਕਿ ਜਿਹੜੇ ਕੋਰੋਨਾ ਨਿਯਮ ਦਾ ਉਲੰਘਣ ਕਰਨਗੇ ਉਹਨਾਂ ਨੂੰ ਜੁਰਮਾਨੇ ਲਗਾਏ ਜਾਣਗੇ। ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ। ਇਸ ਸਮੇਂ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਕੀ ਸਥਿਤੀ ਬਣੀ ਹੋਈ ਹੈ, ਤੁਹਾਨੂੰ ਦੱਸਾਂਗੇ ਇਸ ਖਬਰ ਰਾਹੀਂ। ਓਨਟਾਰੀਓ ਦੇ ਹਸਪਤਾਲ ਵਿੱਚ 639 ਮਰੀਜ਼ਾਂ ਦੀ ਗਿਣਤੀ ਹੈ ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ। ਇੰਟੈਂਸਿਵ ਕੇਅਰ ਅਧੀਨ 179 ਦਾ ਅੰਕੜਾ ਦੱਸਿਆ ਗਿਆ। ਇਸ ਤੋਂ ਇਲਾਵਾ ਸੂਬੇ ਵਿੱਚ 24 ਘੰਟਿਆਂ ਦੌਰਾਨ 1447 ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ, ਜਿਸ ਤੋਂ ਬਾਅਦ ਸੂਬੇ ਵਿੱਚ ਹੁਣ ਤੱਕ ਕੁੱਲ 11,40,865 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 24 ਘੰਟਿਆਂ ਦੌਰਾਨ ਇਸ ਵਾਇਰਸ ਕਾਰਨ 7 ਮੌਤਾਂ ਹੋਈਆਂ, ਜਿਸ ਤੋਂ ਬਾਅਦ ਮੌਤਾਂ ਦਾ ਅੰਕੜਾ 12,343 ਦੇ ਉੱਪਰ ਪਹੁੰਚ ਗਿਆ। ਰਿਕਵਰਡ ਕੇਸਿਸ ਦੀ ਗਿਣਤੀ 11,12,239 ਦੱਸੀ ਗਈ ਹੈ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ ਜਿਨ੍ਹਾਂ ਦੀ ਉਮਰ 12 ਸਾਲ ਅਤੇ ਇਸ ਤੋਂ ਵੱਧ ਹੈ, ਉਹਨਾਂ ਵਿੱਚ 90.8% ਦੀ ਆਬਾਦੀ ਇਸ ਸਮੇਂ ਫੁੱਲੀ ਵੈਕਸੀਨੇਟਡ ਹੈ।
92.8% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼ ਲਗਵਾਈ ਗਈ। ਤੀਸਰੀ ਡੋਜ਼ ਹਾਸਲ ਕਰਨ ਵਾਲਿਆਂ ਦੀ ਗਿਣਤੀ 55.2% ਦੀ ਹੈ। 5 ਸਾਲ ਤੋਂ 11 ਸਾਲ ਵਾਲਿਆਂ ਵਿੱਚ 55.4% ਦੀ ਆਬਾਦੀ ਨੇ ਕੋਵਿਡ-19 ਵੈਕਸੀਨ ਦਾ ਇੱਕ ਟੀਕਾ ਅਤੇ 32% ਦੀ ਆਬਾਦੀ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਟੀਕੇ ਹਾਸਲ ਕੀਤੇ। ਇਸ ਸੂਬੇ ਵਿੱਚ ਟੈਸਟ ਪੋਜ਼ਿਟਿਵਿਟੀ ਰੇਟ 12.2% ਦਰਜ ਕੀਤਾ ਗਿਆ। ਕਿਬੇਕ ਸੂਬੇ ਦੇ ਹਸਪਤਾਲ ਵਿੱਚ 1002 ਤੋਂ ਵੱਧ ਮਰੀਜ਼ ਅਜਿਹੇ ਨੇ ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ ਤੇ 48 ਦੇ ਕਰੀਬ ਲੋਕਾਂ ਦੀ ਗਿਣਤੀ ਇੰਟੈਂਸਿਵ ਕੇਅਰ ਅਧੀਨ ਦੱਸੀ ਗਈ। 24 ਘੰਟਿਆਂ ਦੌਰਾਨ ਜਿਹੜੇ ਮਾਮਲੇ ਦਰਜ ਕੀਤੇ ਗਏ ਉਸ ਤੋਂ ਬਾਅਦ ਹੁਣ ਤੱਕ ਕੁੱਲ ਕੋਰੋਨਾ ਮਾਮਲਿਆਂ ਦਾ ਅੰਕੜਾ 9,45,506 ਦੇ ਉੱਪਰ ਪਹੁੰਚ ਗਿਆ ਅਤੇ ਇਸ ਤੋਂ ਇਲਾਵਾ 14,000 ਤੋਂ ਵੱਧ ਮੌਤਾਂ ਇਸ ਵਾਇਰਸ ਕਾਰਨ ਹੁਣ ਤੱਕ ਸੂਬੇ ਵਿੱਚ ਹੋ ਚੁੱਕੀਆਂ ਨੇ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ ਜਿਨ੍ਹਾਂ ਦੀ ਉਮਰ 5 ਸਾਲ ਅਤੇ ਇਸ ਤੋਂ ਵੱਧ ਹੈ ਉਹਨਾਂ ਵਿੱਚ 91% ਦੀ ਆਬਾਦੀ ਉਹ ਹੈ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 87% ਦੀ ਆਬਾਦੀ ਉਹ ਹੈ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼ ਅਤੇ 52% ਦੀ ਆਬਾਦੀ ਉਹ ਹੈ ਜਿਨ੍ਹਾਂ ਵੱਲੋਂ ਕੋਵਿਡ-19 ਵੈਕਸੀਨ ਦੀਆਂ 3 ਡੋਜ਼ਸ ਹਾਸਲ ਕੀਤੀਆਂ ਗਈਆਂ ਨੇ। ਦੱਸ ਦਈਏ ਕਿ ਇਸ ਸਮੇਂ ਜਿਹੜੇ ਸੂਬਿਆਂ ਵਿੱਚ ਹਾਲਾਤ ਬਣੇ ਹੋਏ ਨੇ ਉਸ ਵਿੱਚ ਸੁਧਾਰ ਦੇਖਿਆ ਜਾ ਰਿਹਾ, ਜਿਸ ਤੋਂ ਬਾਅਦ ਹੁਣ ਕੋਰੋਨਾ ਪਾਬੰਦੀਆਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਫਾਈਲਾਂ ਦੇ ਬੈਕਲੌਗ ਵਿੱਚ ਹੋਇਆ ਵਾਧਾ, ਹੁਣ ਕਦੋਂ ਆਵੇਗਾ ਫਾਈਲਾਂ ਤੇ ਫੈਸਲਾ। ਕੋਰੋਨਾ ਦੌਰਾਨ ਵੀ ਲੋਕਾਂ ਦੀ ਕੈਨੇਡਾ ਜਾਣ 'ਚ ਦਿਲਚਸਪੀ, ਆਪਣਾ ਦੇਸ਼ ਛੱਡ ਜਾਣਾ ਚਾਹੁੰਦੇ ਹਨ ਕੈਨੇਡਾ। ਕਿਵੇਂ ਖਤਮ ਹੋਵੇਗੀ ਯੂਕਰੇਨ? ਰੂਸ ਦੀ ਯੰਗ ਯੂਕਰੇਨ ਦੇ ਰਾਸ਼ਟਰਪਤੀ ਨੇ ਦਿੱਤੀ ਜਾਣਕਾਰੀ। ਟਰੂਡੋ ਨੂੰ ਮਿਲਿਆ ਜਗਮੀਤ ਸਿੰਘ ਦਾ ਸਾਥ, ਹੁਣ ਦੋਨੋਂ ਵੱਡੇ ਲੀਡਰ ਹੋਏ ਇਕੱਠੇ। ਟਰੂਡੋ ਨੂੰ ਜਗਮੀਤ ਸਿੰਘ ਦਾ ਸਾਥ, ਵਿਰੋਧੀਆਂ ਦਾ ਟਰੂਡੋ ਤੇ ਨਿਸ਼ਾਨਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।